ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਿਆਰੇ ਬੱਚਿਓ, ਅੱਜ ਅਸੀਂ ਲੈਸਨ ਨੰਬਰ 27 ਸੰਸਦ, ਜਿਹਦੇ ਵਿੱਚ ਉਸਦੀ ਬਣਤਰ, ਉਹਦੀ ਭੂਮਿਕਾ ਅਤੇ ਵਿਸ਼ੇਸ਼ਤਾਵਾਂ ਬਾਰੇ ਪੜ੍ਹਾਂਗੇ। ਇਸ ਚੈਪਟਰ ਵਿੱਚ ਬੇਟਾ ਅਸੀਂ ਪੜ੍ਹਾਂਗੇ ਕਿ ਸੰਸਦ ਦੇ ਦੋ ਸਦਨ ਹੁੰਦੇ ਆ, ਲੋਕ ਸਭਾ ਅਤੇ ਰਾਜ ਸਭਾ। ਉਹਦੀ ਕੰਪੋਜੀਸ਼ਨ ਕੀ ਹੈ, ਭਾਵ ਉਹਦੇ ਵਿੱਚ ਕਿਹੜੇ ਕਿਹੜੇ ਮੈਂਬਰ ਹੁੰਦੇ ਆ, ਕਿੰਨੇ ਹੁੰਦੇ ਆ, ਅਤੇ ਸੰਸਦ ਵਿੱਚ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਦੀ ਭੂਮਿਕਾ ਤੋਂ ਇਲਾਵਾ ਇਸ ਦੇ ਅਪਣਾਉਣ ਦੇ ਕਾਰਨ ਬਾਰੇ ਵੀ ਡਿਸਕਸ ਕਰਾਂਗੇ। ਸੋ ਬੇਟਾ, ਸਾਡਾ ਦੇਸ਼ ਜਿਹੜਾ ਵਾ ਇੱਕ ਲੋਕਤੰਤਰੀ ਦੇਸ਼ ਹੈਗਾ ਹੈ, ਅਤੇ ਸਾਡੇ ਸੰਵਿਧਾਨ ਦੇ ਅਕੋਰਡਿੰਗ ਇਹਦੀ ਵਿਵਸਥਾ ਕੀਤੀ ਗਈ ਹੈ ਕਿ ਇਹ ਅਪ੍ਰਤੱਖ ਲੋਕਤੰਤਰ ਹੈ। ਅਪ੍ਰਤੱਖ ਲੋਕਤੰਤਰ ਪ੍ਰਣਾਲੀ ਕਿਉਂ ਅਪਣਾਈ ਗਈ? ਕਾਰਨ ਇਹ ਹੈ ਕਿ ਬੇਟਾ ਸਾਡੇ ਦੇਸ਼ ਦੀ ਪਾਪੂਲੇਸ਼ਨ ਬਹੁਤ ਜ਼ਿਆਦਾ ਹੈ, ਅਤੇ ਉਹ ਆਪਣੇ ਲਈ ਇੱਕ ਜਗ੍ਹਾ 'ਤੇ ਇਕੱਠੇ ਹੋ ਕੇ ਫੈਸਲੇ ਨਹੀਂ ਲੈ ਸਕਦੇ। ਇਸ ਕਰਕੇ ਸਾਡੇ ਦੇਸ਼ ਵਿੱਚ ਅਪ੍ਰਤੱਖ ਲੋਕਤੰਤਰ ਪ੍ਰਣਾਲੀ ਬਣਾਈ ਗਈ ਹੈ, ਜਿਹਦੇ ਵਿੱਚ ਲੋਕ ਆਪਣੇ ਪ੍ਰਤੀਨਿਧਾਂ ਦੀ ਚੋਣ ਖੁਦ ਕਰਦੇ ਆ। ਠੀਕ ਹੈ, ਜੋ ਚੁਣੇ ਜਾਂਦੇ ਆ, ਅਤੇ ਉਹ ਪ੍ਰਤੀਨਿਧ ਜਿਹੜੇ ਆ ਲੋਕਾਂ ਦੇ ਲਈ ਆਪਣੇ ਕੰਮਾਂ ਜ਼ਿੰਮੇਵਾਰੀਆਂ ਦੇ ਪ੍ਰਤੀ ਉੱਤਰਦਾਈ ਹੁੰਦੇ, ਜ਼ਿੰਮੇਵਾਰ ਹੁੰਦੇ। ਕਹਿਣ ਦਾ ਭਾਵ ਕਿ ਸਾਡੇ ਲੋਕਤੰਤਰੀ ਸ਼ਾਸਨ ਪ੍ਰਣਾਲੀ ਦੇਸ਼ ਵਿੱਚ ਲਾਗੂ ਕੀਤੀ ਗਈ ਹੈ, ਜਿਸ ਦੇ ਵਿੱਚ ਅਸੀਂ ਕਹਾਂਗੇ ਕਿ ਸਾਡੇ ਦੇਸ਼ 'ਚ ਲੋਕਤੰਤਰ ਪ੍ਰਣਾਲੀ ਕਿਹੜੀ ਆ? ਅਪ੍ਰਤੱਖ ਲੋਕਤੰਤਰ ਪ੍ਰਣਾਲੀ, ਜਿੱਥੇ ਲੋਕ ਵੋਟਾਂ ਪਾ ਕੇ ਆਪਣੇ ਪ੍ਰਤੀਨਿਧ ਨੂੰ ਚੁਣਦੇ ਆ, ਅਤੇ ਉਹ ਪ੍ਰਤੀਨਿਧ ਅੱਗੇ ਸਰਕਾਰ ਦੇ ਰੂਪ ਵਿੱਚ ਦੇਸ਼ ਦੇ ਵਿੱਚ ਕੰਮ ਕਰਦੇ ਆ। ਨੈਕਸਟ ਆਉਂਦਾ ਸਾਡੇ ਕੋਲ ਸੰਸਦ ਦਾ ਅਰਥ। ਸੰਸਦ ਦਾ ਮੀਨਿੰਗ ਕੀ ਹੈ? ਸੰਸਦ ਨੂੰ ਇੰਗਲਿਸ਼ ਵਿੱਚ ਬੇਟਾ ਪਾਰਲੀਮੈਂਟ ਕਹਿੰਦੇ ਆ। ਇਹ ਫਰਾਂਸੀਸੀ ਭਾਸ਼ਾ ਦਾ ਸ਼ਬਦ ਹੈਗਾ ਪਾਰਲਰ, ਉਹ ਤੋਂ ਲਿਆ ਗਿਆ ਹੈ, ਜਿਹਦਾ ਮੀਨਿੰਗ ਕੀ ਹੈ? ਗੱਲਬਾਤ ਕਰਨਾ। ਸੋ ਅਸੀਂ ਸੰਸਦ ਦੀ ਡੈਫੀਨੇਸ਼ਨ ਕਹਾਂਗੇ ਕਿ ਇਹ ਸੰਸਦ ਇੱਕ ਅਜਿਹੀ ਸੰਸਥਾ ਹੈ ਜਿੱਥੇ ਬੈਠ ਕੇ ਲੋਕ ਰਾਸ਼ਟਰੀ ਵਿਸ਼ਿਆਂ 'ਤੇ ਗੱਲਬਾਤ ਕਰਦੇ। ਠੀਕ ਹੈ, ਕਿ ਜਿੱਥੇ ਬੈਠ ਕੇ ਲੋਕਾਂ ਦੇ ਪ੍ਰਤੀਨਿਧ ਜਿਹੜੇ ਆ ਅੰਤਰਰਾਸ਼ਟਰੀ ਵਿਸ਼ਿਆਂ 'ਤੇ ਗੱਲਬਾਤ ਕਰਦੇ। ਇਸ ਤੋਂ ਇਲਾਵਾ ਅਸੀਂ ਇਹ ਕਹਿ ਸਕਦੇ ਹਾਂ, ਸੰਸਦੀ ਸ਼ਾਸਨ ਪ੍ਰਣਾਲੀ ਦੇ ਵਿੱਚ ਕੀ ਕੀ ਆਉਂਦਾ ਹੈ? ਕਾਰਜਪਾਲਿਕਾ ਅਤੇ ਵਿਧਾਨ ਪਾਲਿਕਾ, ਜੋ ਕਿ ਬਹੁਤ ਨੇੜੇ ਦਾ ਸੰਬੰਧ ਹੁੰਦਾ ਹੈ ਉਹਨਾਂ ਦੇ ਵਿੱਚ। ਅਤੇ ਕਾਰਜਪਾਲਿਕਾ ਦੇ ਮੈਂਬਰ ਵਿਧਾਨ ਮੰਡਲ ਦੇ ਵਿੱਚੋਂ ਹੀ ਲਏ ਜਾਂਦੇ ਆ, ਅਤੇ ਓਨੇ ਚਿਰ ਅਹੁਦੇ 'ਤੇ ਰਹਿੰਦੇ ਆ ਜਿੰਨੇ ਚਿਰ ਵਿਧਾਨ ਮੰਡਲ ਦੇ ਵਿੱਚ ਉਹਨਾਂ ਨੂੰ ਸਮਰਥਨ ਪ੍ਰਾਪਤ ਹੁੰਦਾ ਹੈ, ਭਾਵ ਵਿਧਾਨ ਪਾਲਿਕਾ ਦੇ ਵਿੱਚ ਉਹਨਾਂ ਨੂੰ ਸਮਰਥਨ ਮਿਲਿਆ ਰਹਿੰਦਾ ਹੈ। ਪਿਛਲੀ ਕਲਾਸਾਂ ਦੇ ਵਿੱਚ ਬੇਟਾ ਤੁਸੀਂ ਪੜ੍ਹਿਆ ਹੀ ਕਾਰਜਪਾਲਿਕਾ ਅਤੇ ਵਿਧਾਨ ਪਾਲਿਕਾ ਕੀ ਹੁੰਦੀ ਹੈ। ਵਿਧਾਨ ਪਾਲਿਕਾ ਜੋ ਕਾਨੂੰਨਾਂ ਨੂੰ ਬਣਾਉਂਦੀ ਹੈ, ਕਾਰਜਪਾਲਿਕਾ ਜੋ ਕਾਨੂੰਨਾਂ ਨੂੰ ਲਾਗੂ ਕਰਦੀ ਹੈ। ਠੀਕ ਹੈ, ਅਤੇ ਕਾਰਜਪਾਲਿਕਾ ਦੇ ਮੈਂਬਰ ਆਪਾਂ ਕਹਿੰਦੇ ਸਰਕਾਰ ਦੇ ਮੈਂਬਰ ਕਿੱਥੋਂ ਲਏ ਜਾਂਦੇ? ਵਿਧਾਨ ਮੰਡਲ 'ਚੋਂ, ਅਤੇ ਉਹ ਓਨੇ ਚਿਰ ਅਹੁਦੇ 'ਤੇ ਰਹਿਣਗੇ ਜਿੰਨੇ ਚਿਰ ਕਾਰਜਪਾਲਿਕਾ ਦੇ ਮੈਂਬਰ, ਜਿੰਨੇ ਚਿਰ ਉਹਨਾਂ ਨੂੰ ਵਿਧਾਨ ਮੰਡਲ ਦੇ ਵਿੱਚ ਸਮਰਥਨ ਪ੍ਰਾਪਤ ਹੈਗਾ ਹੈ। ਨੈਕਸਟ ਸਾਡੀ ਆਉਂਦੀ ਬਣਤਰ। ਬਣਤਰ ਦੇ ਅਕੋਰਡਿੰਗ ਅਸੀਂ ਕਹਾਂਗੇ ਕਿ ਬੇਟਾ ਸੰਸਦ ਦੇ ਦੋ ਸਦਨ ਹੁੰਦੇ ਆ, ਇੱਕ ਹੁੰਦਾ ਲੋਕ ਸਭਾ, ਇੱਕ ਹੁੰਦਾ ਰਾਜ ਸਭਾ। ਠੀਕ ਹੈ, ਲੋਕ ਸਭਾ ਨੂੰ ਕਹਿੰਦੇ ਲੋਕਾਂ ਦਾ ਸਦਨ, ਭਾਵ ਲੋਕ ਵੋਟਾਂ ਪਾ ਕੇ ਆਪਣੇ ਪ੍ਰਤੀਨਿਧ ਖੁਦ ਚੁਣਦੇ ਆ। ਅਤੇ ਲੋਕ ਸਭਾ ਦੇ ਮੈਂਬਰਾਂ ਦੀ ਗਿਣਤੀ ਦੀ ਗੱਲ ਕਰਾਂਗੇ ਤਾਂ ਬੇਟਾ 545 ਹੈਗੀ ਹੈ ਮੈਂਬਰਾਂ ਦੀ ਗਿਣਤੀ, ਜਿਹਦੇ ਵਿੱਚੋਂ 543 ਮੈਂਬਰ ਲੋਕਾਂ ਵੱਲੋਂ ਵੋਟਾਂ ਪਾ ਕੇ ਚੁਣੇ ਜਾਂਦੇ ਆ। ਠੀਕ ਹੈ, ਅਤੇ 2 ਮੈਂਬਰ ਰਾਸ਼ਟਰਪਤੀ ਵੱਲੋਂ ਨਾਮਜ਼ਦ ਕੀਤੇ ਜਾਂਦੇ। ਰਾਸ਼ਟਰਪਤੀ ਕਿਹਨੂੰ ਚੁਣਦਾ ਹੈ? ਜਿਹੜੇ ਐਂਗਲੋ ਇੰਡੀਅਨ ਜਾਤੀ ਨਾਲ ਸੰਬੰਧਿਤ ਹੁੰਦੀ। ਠੀਕ ਹੈ, ਇੱਦਾਂ ਅਸੀਂ ਕਹਾਂਗੇ ਕਿ ਲੋਕ ਸਭਾ ਦੇ ਮੈਂਬਰ ਕਿੰਨੇ ਆ? 545 ਮੈਂਬਰ। ਇਸ ਤੋਂ ਇਲਾਵਾ ਅਨੁਸੂਚਿਤ ਜਾਤੀਆਂ ਜਨਜਾਤੀਆਂ ਲਈ ਬੇਟਾ ਰਿਜ਼ਰਵੇਸ਼ਨ ਹੁੰਦੀ ਹੈ। ਇਸ ਤੋਂ ਇਲਾਵਾ ਇਸ 'ਤੇ ਔਰਤਾਂ ਦੇ ਲਈ ਸੀਟਾਂ ਰਾਖਵੀਆਂ ਰੱਖੀਆਂ ਜਾਂਦੀਆਂ ਹੈ। ਠੀਕ ਹੈ, ਅਤੇ ਇਹਦੀ ਜੇ ਮਿਆਦ ਦੀ ਗੱਲ ਕਰੀਏ ਸਮੇਂ ਦੀ, ਤਾਂ ਬੇਟਾ ਇਹ 5 ਸਾਲ ਆਪਣੇ ਲਈ ਕੰਮ ਕਰਦੇ ਆ, ਅਤੇ ਜੇਕਰ ਕੰਮ ਸਹੀ ਤਰੀਕੇ ਨਾਲ ਨਹੀਂ ਕਰਦੇ ਤਾਂ ਇਹਨਾਂ ਨੂੰ 5 ਸਾਲ ਤੋਂ ਪਹਿਲਾਂ ਅਹੁਦੇ ਤੋਂ ਹਟਾਇਆ ਜਾ ਸਕਦਾ ਹੈ, ਜਾਂ ਇਹਨਾਂ ਨੂੰ 5 ਸਾਲ ਤੋਂ ਵੱਧ ਸਮਾਂ ਵੀ ਦਿੱਤਾ ਜਾ ਸਕਦਾ ਹੈਗਾ। ਇਹ ਆ ਤੁਹਾਡੀ ਲੋਕ ਸਭਾ। ਨੈਕਸਟ ਸਾਡੇ ਕੋਲ ਬੇਟਾ ਆਉਂਦੀ ਰਾਜ ਸਭਾ। ਰਾਜ ਸਭਾ ਜਿਹਦੇ ਵਿੱਚ ਅਸੀਂ ਕਹਾਂਗੇ ਕਿ ਇਹਦੇ ਮੈਂਬਰਾਂ ਦੀ ਗਿਣਤੀ ਹੁੰਦੀ 250। ਠੀਕ ਹੈ, ਜਿਵੇਂ ਉਹਦੇ 545 ਮੈਂਬਰ ਸੀ, ਇਹਦੇ ਮੈਂਬਰ ਹੁੰਦੇ 250 ਮੈਂਬਰ
ਠੀਕ ਹੈ। ਤੇ ਜਿਹੜਾ ਲੋਕ ਸਭਾ ਹੈ ਉਹ ਇੱਕ ਟੈਂਪਰੇਰੀ ਸਦਨ ਹੁੰਦਾ ਹੈ, ਜਦ ਕਿ ਜਿਹੜਾ ਰਾਜ ਸਭਾ ਹੈ ਉਹ ਇੱਕ ਪਰਮਾਨੈਂਟ ਸਦਨ ਹੈ। ਟੈਂਪਰੇਰੀ ਜਿਵੇਂ ਹੁਣੇ ਗੱਲ ਕੀਤੀ ਕਿ 5 ਸਾਲ ਤੋਂ ਪਹਿਲਾਂ ਵੀ ਉਹਨਾਂ ਨੂੰ ਅਹੁਦੇ ਤੋਂ ਵੱਖ ਕੀਤਾ ਜਾ ਸਕਦਾ ਹੈ, ਦੁਬਾਰਾ ਚੋਣ ਕਰਵਾਈ ਜਾ ਸਕਦੀ ਹੈ। ਤੇ ਇਹ ਬੇਟਾ 27 ਸਦਨ ਹੈ, 250 ਮੈਂਬਰ ਹੁੰਦੇ ਆ, ਜਿਹਦੇ ਵਿੱਚੋਂ 238 ਮੈਂਬਰ ਸਟੇਟ ਤੇ ਯੂਨੀਅਨ ਟੈਰੀਟਰੀ ਦੇ ਵਿੱਚੋਂ ਲਏ ਜਾਂਦੇ ਆ, ਤੇ 12 ਮੈਂਬਰ ਰਾਸ਼ਟਰਪਤੀ ਵੱਲੋਂ ਨਾਮਜ਼ਦ ਹੁੰਦੇ ਆ। ਰਾਸ਼ਟਰਪਤੀ ਕਿਹਨਾਂ ਨੂੰ ਨਾਮਜ਼ਦ ਕਰਦਾ ਹੈ? ਜੋ ਵਿਅਕਤੀ ਸਾਇੰਸ ਹੋ ਗਿਆ, ਆਰਟ ਹੋ ਗਿਆ, ਲਿਟਰੇਚਰ ਹੋ ਗਿਆ, ਜਾਂ ਸੋਸ਼ਲ ਸਰਵਿਸ ਦੇ ਲਈ ਕਾਫੀ ਪ੍ਰਸਿੱਧ ਹੁੰਦਾ ਹੈ। ਜਿਵੇਂ ਬੇਟਾ ਸਚਿਨ ਤੰਦੁਲਕਰ ਹੋ ਗਿਆ, ਠੀਕ ਹੈ, ਰਾਜ ਬੱਬਰ ਹੋ ਗਿਆ, ਇਹਨਾਂ ਨੂੰ ਜਿਹੜੇ ਉਹ ਫੇਮਸ ਹੋਣ ਦੇ ਨਾਲ, ਜਾਂ ਜਿਵੇਂ ਮਦਰ ਟਰੇਸਾ ਸੀ, ਇਹਨਾਂ ਨੂੰ ਇਹਦੇ ਵਿੱਚ ਲੋਕ ਸਭਾ ਰਾਜ ਸਭਾ ਦੇ ਮੈਂਬਰ ਜਿਹੜੇ ਉਹ ਚੁਣੇ ਜਾਂਦੇ ਆ। ਕਿਤੇ ਕੌਣ ਚੁਣਦਾ ਹੈ? ਰਾਸ਼ਟਰਪਤੀ। ਤੇ ਇਹ ਚੋਣ ਵਿਧੀ ਇਹਨਾਂ ਦੀ ਕਿਹੜੀ ਹੈ? ਵੀ ਅਪ੍ਰਤੱਖ ਚੋਣ ਵਿਧੀ, ਠੀਕ ਹੈ। ਤੇ ਇੱਕ ਪਰਮਾਨੈਂਟ ਸਦਨ ਹੈਗਾ ਹੈ ਬੇਟਾ। ਜਿਵੇਂ ਲੋਕ ਸਭਾ ਦਾ ਕਾਰਜਕਾਲ ਆਪਾਂ ਕਹਿੰਦੇ 5 ਸਾਲ ਲਈ ਸੀ, ਪਰ ਰਾਜ ਸਭਾ ਦਾ ਕਾਰਜਕਾਲ ਕਿੰਨੇ ਲਈ ਹੈ? 6 ਸਾਲ ਦਾ। ਇਹਦੇ ਹਰ 2 ਸਾਲ ਬਾਅਦ 1/3 ਮੈਂਬਰ ਰਿਟਾਇਰ ਹੁੰਦੇ, ਤੇ ਉਹਦੀ ਜਗ੍ਹਾ ਨਵੇਂ ਮੈਂਬਰਾਂ ਦੀ ਚੋਣ ਜਿਹੜੀ ਕੀਤੀ ਜਾਂਦੀ ਹੈ। ਪੰਜਾਬ ਦੇ ਵਿੱਚੋਂ 7 ਮੈਂਬਰ ਲੋਕ ਸਭਾ ਰਾਜ ਸਭਾ ਲਈ ਜਾਂਦੇ ਆ, ਤੇ 13 ਮੈਂਬਰ ਲੋਕ ਸਭਾ ਲਈ ਜਾਂਦੇ, ਠੀਕ ਹੈ। ਪੰਜਾਬ ਦੇ ਵਿੱਚ ਹਲਕਿਆਂ ਦੀ ਵੰਡ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ ਨੈਕਸਟ ਸਾਡੇ ਕੋਲ ਬੇਟਾ ਟੌਪਿਕ ਆਉਂਦਾ ਵਿਸ਼ੇਸ਼ਤਾਵਾਂ ਸੰਸਦੀ ਪ੍ਰਣਾਲੀ ਦੀਆਂ, ਜਿਹਦੇ ਵਿੱਚ ਸਭ ਤੋਂ ਪਹਿਲੇ ਨੰਬਰ 'ਤੇ ਆਉਂਦੀ ਨਾਮ ਮਾਤਰ ਤੇ ਅਸਲ ਕਾਰਜਪਾਲਿਕਾ ਵਿੱਚ ਅੰਤਰ। ਬੇਟਾ ਕਾਰਜਪਾਲਿਕਾ ਅੱਗੇ ਵੀ ਪੜਾਂਗੇ। ਕਾਰਜਪਾਲਿਕਾ 2 ਤਰ੍ਹਾਂ ਦੀ ਹੁੰਦੀ ਹੈ, ਇੱਕ ਹੁੰਦੀ ਅਸਲ ਕਾਰਜਪਾਲਿਕਾ ਤੇ ਇੱਕ ਹੁੰਦੀ ਨਾਮ ਮਾਤਰ ਦੀ ਕਾਰਜਪਾਲਿਕਾ। ਅਸਲ ਕਾਰਜਪਾਲਿਕਾ ਜਿੱਥੇ ਦੇਸ਼ ਦੇ ਮੁਖੀ ਰਾਸ਼ਟਰਪਤੀ ਕੋਲ ਜ਼ਿਆਦੀਆਂ ਪਾਵਰਸ ਹੁੰਦੀਆਂ, ਦੇਸ਼ ਦਾ ਮੁਖੀ ਹੁੰਦਾ ਹੈ। ਨਾਮ ਮਾਤਰ ਦੀ ਹੁੰਦੀ ਕਿ ਜਿੱਥੇ ਰਾਸ਼ਟਰਪਤੀ ਸਿਰਫ ਨਾਮ ਮਾਤਰ ਹੀ ਭਾਵ ਹੁੰਦਾ ਹੈ, ਨਾਮ ਮਾਤਰ ਦੀ ਸ਼ਕਤੀਆਂ ਦੀ ਵਰਤੋਂ ਕਰਦਾ ਹੈ, ਭਾਵ ਸ਼ਕਤੀਆਂ ਦੀ ਵਰਤੋਂ ਪ੍ਰਧਾਨ ਮੰਤਰੀ ਤੇ ਉਹਦਾ ਮੰਤਰੀ ਮੰਡਲ ਕਰਦਾ ਹੈ। ਸੋ ਪਹਿਲੀ ਜਿਹੜੀ ਵਿਸ਼ੇਸ਼ਤਾ ਉਹਦੀ ਹੈ ਕਿ ਨਾਮ ਮਾਤਰ ਤੇ ਅਸਲ ਕਾਰਜਪਾਲਿਕਾ ਵਿੱਚ ਇਹਨਾਂ 'ਚ ਅੰਤਰ ਹੁੰਦਾ ਹੈ। ਸੈਕਿੰਡ ਹੁੰਦਾ ਹੈ ਬੇਟਾ ਵਿਧਾਨ ਪਾਲਿਕਾ ਤੇ ਕਾਰਜਪਾਲਿਕਾ ਵਿੱਚ ਗੂੜਾ ਸੰਬੰਧ। ਜਿਵੇਂ ਮੈਂ ਪੜ੍ਹਿਆ ਸੀ ਕਿ ਕਾਰਜਪਾਲਿਕਾ ਦੇ ਸਾਰੇ ਮੈਂਬਰ ਵਿਧਾਨ ਮੰਡਲ ਦੇ ਵਿੱਚੋਂ ਲਏ ਜਾਂਦੇ ਹੈ, ਤੇ ਉਹ ਉਹਨਾਂ ਚਿਰ ਅਹੁਦੇ 'ਤੇ ਰਹਿੰਦੇ ਆ ਜਿੰਨੇ ਚਿਰ ਉਹਨਾਂ ਨੂੰ ਵਿਧਾਨ ਮੰਡਲ ਦੇ ਵਿੱਚ ਸਮਰਥਨ ਪ੍ਰਾਪਤ ਹੁੰਦਾ ਹੈ। ਇਸੇ ਤਰ੍ਹਾਂ ਹੀ ਇਹ ਜ਼ਿੰਮੇਵਾਰੀ ਦੇ ਆਧਾਰ 'ਤੇ ਆਪਣੇ ਕੰਮਾਂ ਦੇ ਪ੍ਰਤੀ ਵਿਧਾਨ ਮੰਡਲ ਦੇ ਅੱਗੇ ਪ੍ਰਧਾਨ ਮੰਤਰੀ ਦੀ ਅਗਵਾਈ ਕਿ ਬਹੁਮਤ ਦਲ ਪਾਰਟੀ ਦਾ ਨੇਤਾ ਹੁੰਦਾ ਹੈ ਤੇ ਅਗਵਾਈ ਕਰਦਾ ਹੈ, ਦੇਸ਼ ਦਾ ਸੰਚਾਲਕ ਮੰਨਿਆ ਜਾਂਦਾ ਹੈ। ਇਸ ਤੋਂ ਇਲਾਵਾ ਇਹਦੀ ਅਨਿਸ਼ਚਿਤ ਮਿਆਦ, ਜਿਵੇਂ ਪੜ੍ਹਿਆ ਲੋਕ ਸਭਾ ਦੇ ਵਿੱਚ ਕਿ 5 ਸਾਲ ਦੇ ਸਮੇਂ ਤੋਂ ਇਹਨਾਂ ਨੂੰ ਪਹਿਲਾਂ ਵੀ ਵੱਖ ਕੀਤਾ ਜਾ ਸਕਦਾ ਹੈ ਅਹੁਦੇ ਤੋਂ। ਵਿਰੋਧੀ ਦਲ ਨੂੰ ਕਾਨੂੰਨੀ ਮਾਨਤਾ ਕਿ ਜਦੋਂ ਇਲੈਕਸ਼ਨ ਹੁੰਦੀਆਂ ਹੈ, ਜਿਹੜੀ ਪਾਰਟੀ ਦੀ ਸਰਕਾਰ ਬਣ ਜਾਂਦੀ ਹੈ ਉਹਨੂੰ ਕਹਿੰਦੇ ਸੱਤਾਧਾਰੀ ਦਲ, ਤੇ ਜਿਹੜੀ ਪਾਰਟੀ ਦੂਸਰੇ ਨੰਬਰ 'ਤੇ ਰਹਿੰਦੀ ਹੈ ਉਹਨੂੰ ਕਹਿੰਦੇ ਵਿਰੋਧੀ ਦਲ, ਅਪੋਜੀਸ਼ਨ ਪਾਰਟੀ, ਜਿਹਨੂੰ ਕਿ ਸਰਕਾਰ ਵੱਲੋਂ ਸੰਵਿਧਾਨ ਵੱਲੋਂ ਕਾਨੂੰਨੀ ਮਾਨਤਾ ਜਿਹੜੀ ਉਹ ਦਿੱਤੀ ਗਈ ਹੈ, ਠੀਕ ਹੈ। ਇਹਦੇ ਵਿੱਚ ਬੇਟਾ ਸਾਡੇ ਦੇਸ਼ ਵਿੱਚ ਜਿਹੜਾ ਵਿਰੋਧੀ ਦਲ ਹੈ ਉਹ ਕੀ ਕਰਦਾ ਹੈ? ਸੱਤਾਧਾਰੀ ਪਾਰਟੀ ਜਿਹੜੀ ਸਰਕਾਰ ਚੱਲਦੀ ਪਈ ਆ ਉਹਨਾਂ ਦੀਆਂ ਕੰਮਾਂ ਤੇ ਉਹਨਾਂ ਦੀਆਂ ਨੀਤੀਆਂ 'ਤੇ ਧਿਆਨ ਦਿੰਦਾ ਹੈ, ਉਹਨਾਂ ਦੇ ਗਲਤ ਕੰਮਾਂ ਜਿੱਤੇ ਹੁੰਦੇ ਆ ਜਿਹੜੇ ਸਹੀ ਨਹੀਂ ਹੁੰਦੇ ਲੋਕਾਂ ਦੇ ਲਈ, ਉਹਨਾਂ ਨੂੰ ਕ੍ਰਿਟੀਸਾਈਜ਼ ਕਰਦਾ ਹੈ। ਇਸ ਤੋਂ ਇਲਾਵਾ ਸਮੂਹਕ ਤੇ ਵਿਅਕਤੀਗਤ ਜ਼ਿੰਮੇਵਾਰੀ ਕਿ ਕਾਰਜਪਾਲਿਕਾ ਦੇ ਜਿੰਨੇ ਵੀ ਮੈਂਬਰ ਹੈਗੇ ਆ ਬੇਟਾ ਉਹ ਪਰਸਨਲੀ ਜਿਵੇਂ ਉਹਨਾਂ ਨੂੰ ਡਿਪਾਰਟਮੈਂਟ ਦਿੱਤੇ ਗਏ ਆ ਉਹਦੇ ਪ੍ਰਤੀ ਉਹ ਜ਼ਿੰਮੇਵਾਰ ਹੁੰਦੇ ਆ, ਆਪੋ ਆਪਣੇ ਡਿਪਾਰਟਮੈਂਟ ਦੇ ਪ੍ਰਤੀ ਵਿਅਕਤੀਗਤ ਤੌਰ 'ਤੇ, ਇਕੱਲੇ ਤੌਰ 'ਤੇ, ਤੇ ਪੂਰੇ ਦੇਸ਼ ਦੇ ਸੰਚਾਲਨ ਭਾਵ ਸਮੂਹਕ ਤੌਰ 'ਤੇ ਵੀ ਉਹ ਜ਼ਿੰਮੇਵਾਰ ਹੋਣਗੇ ਸਰਕਾਰ ਦੇ ਮੈਂਬਰ ਹੋਣ ਦੇ ਨਾਤੇ, ਠੀਕ ਹੈ। ਇਸ ਤੋਂ ਨੈਕਸਟ ਸਾਡੇ ਕੋਲ ਟੌਪਿਕ ਆਉਂਦਾ ਹੈ ਇਹਦੇ ਅਪਣਾਉਣ ਦੇ ਕਾਰਨ ਕਿ ਸਾਡੇ ਇੰਡੀਆ ਦੇ ਵਿੱਚ ਸੰਸਦੀ ਪ੍ਰਣਾਲੀ ਨੂੰ ਕਿਉਂ ਅਪਣਾਇਆ ਗਿਆ। ਜਿਵੇਂ ਪਿਛਲੀ ਕਲਾਸ 'ਚ ਪੜ੍ਹ ਕੇ ਆਏ ਸੀ ਬੇਟਾ ਸਰਕਾਰ ਜਿਹੜੀ ਸੀ ਕਾਰਜਪਾਲਿਕਾ ਅਤੇ ਵਿਧਾਨ ਪਾਲਿਕਾ ਦੇ ਆਪਸੀ ਸੰਬੰਧਾਂ ਦੇ ਆਧਾਰ 'ਤੇ 2 ਤਰ੍ਹਾਂ ਦੀ ਮੰਨੀ ਜਾਂਦੀ ਹੈ। ਇੱਕ ਹੁੰਦੀ ਸੰਸਦੀ, ਇੱਕ ਹੁੰਦੀ ਪ੍ਰਧਾਨਗੀ। ਸੰਸਦੀ ਜਿਹਦੇ ਵਿੱਚ 2 ਸਦਨ ਪਾਏ ਜਾਂਦੇ ਆ, ਠੀਕ ਹੈ, ਜਿਹਦੇ ਵਿੱਚ ਸੈਂਟਰ ਸਟੇਟ ਦੀਆਂ ਸ਼ਕਤੀਆਂ ਦੀ ਵੰਡ ਹੁੰਦੀ ਹੈ। ਪ੍ਰਧਾਨਗੀ ਜਿਹਦੇ ਵਿੱਚ ਜਿਹੜੀ ਆ ਜ਼ਿਆਦੀਆਂ ਸ਼ਕਤੀਆਂ ਕੇਂਦਰ ਸਰਕਾਰ ਕੋਲ ਹੁੰਦੀਆਂ, ਕਾਰਜਪਾਲਿਕਾ ਕੋਲ ਹੁੰਦੀਆਂ, ਠੀਕ ਹੈ। ਇਹਦੇ ਅਪਣਾਉਣ ਦੇ ਕਾਰਨ ਕੀ? ਸਭ ਤੋਂ ਪਹਿਲੇ ਨੰਬਰ 'ਤੇ ਹੀ ਕਹਾਂਗੇ ਕਿ ਜਦੋਂ ਸਾਡਾ ਦੇਸ਼ ਆਜ਼ਾਦ ਨਹੀਂ ਸੀ ਹੋਇਆ, ਭਾਵ 1881 1892 ਦੇ ਅਕੋਰਡਿੰਗ ਕਈ ਇਹੋ ਜਿਹੇ ਕਾਨੂੰਨ ਬਣਾਏ
ਜੋ ਜਿਹਦੇ ਕਰਕੇ ਦੇਸ਼ ਦੇ ਵਿੱਚ ਸੰਸਦੀ ਪ੍ਰਣਾਲੀ ਲਾਗੂ ਕੀਤੀ ਗਈ। ਇਸ ਕਰਕੇ ਸਾਡੇ ਦੇਸ਼ ਦੇ ਜਿਹੜੇ ਸੰਵਿਧਾਨ ਨਿਰਮਾਤਾ ਸੀ ਉਹਨਾਂ ਨੇ ਸੰਸਦੀ ਪ੍ਰਣਾਲੀ ਨੂੰ ਹੀ ਸਭ ਤੋਂ ਵਧੀਆ ਮੰਨਿਆ ਅਤੇ ਉਹਨਾਂ ਨੂੰ ਮਹਿਸੂਸ ਹੋਇਆ ਕਿ ਇਹ ਇੱਕ ਜ਼ਿੰਮੇਵਾਰੀ ਅਤੇ ਸਥਿਰਤਾ ਅਤੇ ਆਧਾਰ ਦੋਵੇਂ ਗੁਣ ਪਾਏ ਜਾਂਦੇ ਇਸ ਸਰਕਾਰ ਦੇ ਵਿੱਚ। ਇਸ ਕਰਕੇ ਇਹਨਾਂ ਨੇ ਸੰਸਦੀ ਪ੍ਰਣਾਲੀ ਨੂੰ ਚੁਣਿਆ ਹੈ। ਠੀਕ ਹੈ। ਇਹ ਅਗਲਾ ਆਉਂਦਾ ਹੈ ਕਿ ਪਰਿਵਰਤਨਸ਼ੀਲ ਹੈ। ਪਰਿਵਰਤਨਸ਼ੀਲ ਕਿ ਅਸੀਂ ਜਿਹੜੀ ਦੇਸ਼ ਦੀ ਸਰਕਾਰ ਚੁਣਦੇ ਹਾਂ ਉਹ ਨਿਰੰਕੁਸ਼ ਨਹੀਂ ਬਣ ਸਕਦੀ ਇਹਦੇ ਨਾਲ, ਕਿਉਂਕਿ ਉਹਨਾਂ ਦਾ ਕਾਰਜਕਾਲ 5 ਸਾਲ ਹੈ। ਹਰ 5 ਸਾਲ ਬਾਅਦ ਇਲੈਕਸ਼ਨ ਹੁੰਦੀਆਂ ਅਤੇ ਉਹਨਾਂ ਨੂੰ ਚੇਂਜ ਜਿਹੜਾ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਅਸਲ ਵਿੱਚ ਲੋਕਤੰਤਰ ਆ ਕਹਿਣ ਦਾ ਭਾਵ ਕਿ ਵਿਧਾਨ ਮੰਡਲ ਦੇ ਵਿੱਚ ਜਿਹੜੇ ਲੋਕਾਂ ਦੇ ਪ੍ਰਤੀਨਿਧ ਹੁੰਦੇ ਆ, ਭਾਵ ਕਿ ਵਿਧਾਨ ਮੰਡਲ ਦੇ ਮੈਂਬਰ ਜਿਹੜੇ ਆ ਸਰਕਾਰ ਕੋਲੋਂ ਪ੍ਰਸ਼ਨ ਪੁੱਛ ਕੇ ਉਹਨਾਂ ਦੀ ਆਲੋਚਨਾ ਕਰਕੇ ਸਰਕਾਰ 'ਤੇ ਕੰਟਰੋਲ ਕਰ ਸਕਦੇ ਆ, ਉਹਨਾਂ ਦੇ ਕੰਮਾਂ ਨੂੰ ਪ੍ਰਭਾਵਿਤ ਕਰ ਸਕਦੇ ਆ। ਠੀਕ ਹੈ। ਇਹ ਸਾਰੀਆਂ ਵਿਸ਼ੇਸ਼ਤਾਵਾਂ ਨੂੰ ਲੈ ਕੇ, ਇਹਨਾਂ ਕਾਰਨਾਂ ਨੂੰ ਲੈ ਕੇ ਸਾਡੇ ਦੇਸ਼ ਦੇ ਵਿੱਚ ਸੰਸਦੀ ਪ੍ਰਣਾਲੀ ਜਿਹੜੀ ਸੀ ਉਹ ਬਣਾਈ ਗਈ ਸੀ। ਅਤੇ ਸੰਸਦੀ ਪ੍ਰਣਾਲੀ ਜਿਹੜੀ ਕਿੱਥੋਂ ਲਈ ਗਈ, ਜਿਵੇਂ ਮੌਲਿਕ ਅਧਿਕਾਰ ਆਪਾਂ ਕਹੇ ਸੀ ਅਮਰੀਕਾ ਤੋਂ ਲਏ ਗਏ ਸੀ, USA ਤੋਂ। ਸੰਸਦੀ ਪ੍ਰਣਾਲੀ ਜਿਹੜੀ ਸੀ ਉਹ ਇੰਗਲੈਂਡ ਦੇ ਸੰਵਿਧਾਨ ਤੋਂ ਲਈ ਗਈ ਸੀ। ਠੀਕ ਹੈ। ਇਹ ਵੀ ਯਾਦ ਰੱਖੋ ਕਿ ਮੌਲਿਕ ਅਧਿਕਾਰ ਕਿੱਥੋਂ ਲਏ ਗਏ, ਸੰਸਦੀ ਸਰਕਾਰ ਦੀ ਪ੍ਰਣਾਲੀ ਜਿਹੜੀ ਸੰਸਦੀ ਸਰਕਾਰ ਦਾ ਢਾਂਚਾ ਉਹ ਕਿੱਥੋਂ ਲਿਆ ਗਿਆ ਹੈ। ਇਹਨਾਂ ਚੈਪਟਰ ਕਰਾਂਗੇ। ਇਹਨੇ ਚੈਪਟਰ ਨੂੰ ਬੇਟਾ ਤੁਸੀਂ ਜਿਹੜੀ ਰੀਡਿੰਗ ਜਿਹੜੀ ਉਹ ਜ਼ਰੂਰ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।